ਸ਼ਹੀਦਾਂ ਨੂੰ ਯਾਦ ਕਰਦਿਆਂ ਇਨਕਲਾਬ ਜਿੰਦਾਬਾਦ। 31 ਜੁਲਾਈ ਨੂੰ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸੀ। ਇਨਕਲਾਬੀ ਵਿਚਾਰਧਾਰਾ ਨੂੰ ਪ੍ਰਣਾਈ ਹੋਈ ਸ਼ਹੀਦ ਯਾਦਗਾਰੀ ਜਥੇਬੰਦੀ ਦੇ ਸੱਦੇ ਤੇ ਇਲਾਕੇ ਭਰ 'ਚੋਂ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਪ੍ਰਣਾਏ ਹੋਏ ਲੋਕ ਸ਼ਹੀਦ ਊਧਮ ਸਿੰਘ ਦੇ ਤਹਿਸੀਲ ਕੰਪਲੈਕਸ ਲੋਹੀਆਂ ਵਿਖੇ ਲੱਗੇ ਬੁੱਤ ਵਾਲੇ ਪਾਰਕ ਵਿੱਚ ਇਕੱਠੇ ਹੋਏ। ਸ਼ਹੀਦ ਦੀ ਯਾਦ ਵਿੱਚ ਨਾਅਰਿਆਂ ਨੂੰ ਉਹਨਾਂ ਨੇ ਬੁਲੰਦ ਕੀਤਾ, ਉਸ ਦੀ ਸੋਚ 'ਤੇ ਪਹਿਰਾ ਦੇਣ ਦਾ ਪ੍ਰਣ ਕੀਤਾ। ਸ਼ਹਿਰ ਵਿੱਚ ਰੋਸ ਮਾਰਚ ਕੱਢਿਆ, ਦਸ਼ਮੇਸ਼ ਪਾਰਕ ਵਿੱਚ ਇੱਕ ਸੰਖੇਪ ਰੈਲੀ ਕਰਕੇ ਸਮਾਪਨ ਕੀਤਾ। ਇਹਨਾਂ ਲੋਕਾਂ ਵਿੱਚ ਕਮਿਊਨਿਸਟ ਇਨਕਲਾਬੀ ਸਨ, ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਆਗੂ ਸਨ, ਇਨਸਾਫ ਪਸੰਦ ਲੋਕ ਸਨ। ਸਮੁੱਚੇ ਤੌਰ 'ਤੇ ਅਜਿਹੇ ਲੋਕ ਸਨ ਜੋ ਮੌਜੂਦਾ ਭ੍ਰਿਸ਼ਟ ਸਿਆਸੀ ਨਿਜ਼ਾਮ ਦੇ ਜੂਲੇ ਵਿੱਚੋਂ ਲੋਕਾਂ ਨੂੰ ਕੱਢ ਕੇ ਸ਼ਹੀਦਾਂ ਦੇ ਸੁਪਨਿਆਂ ਵਾਲਾ ਨਿਜ਼ਾਮ ਸਥਾਪਿਤ ਕਰਨਾ ਚਾਹੁੰਦੇ ਸਨ। ਸ਼ਹੀਦਾਂ ਦੇ ਇਹਨਾਂ ਵਾਰਸਾਂ ਦਾ ਮੰਨਣਾ ਹੈ ਕਿ ਸ਼ਹੀਦ ਊਧਮ ਸਿੰਘ ਹੋਵੇ, ਸ਼ਹੀਦ ਭਗਤ ਸਿੰਘ ਹੋਵੇ ਜਾਂ ਹੋਰ ਸ਼ਹੀਦ ਹੋਣ, ਉਹਨਾਂ ਦਾ ਨਿਸ਼ਾਨਾ ਬੰਦੇ ਹੱਥੋਂ ਬੰਦੇ ਦੀ ਲੁੱਟ ਖਤਮ ਕਰਕੇ ਬਰਾਬਰੀ ਦਾ ਸਮਾਜ ਸਿਰਜਣਾ ਸੀ। ਪਰ ਸਾਡਾ ਸਭ ਦਾ ਇਹ ਦੁਖਾਂਤ ਹੈ ਕਿ ਅੰਗਰੇਜ਼ ਜਾਣ ਵੇਲੇ ਆਪਣੇ ਉਹਨਾਂ ਵਫਾਦਾਰਾਂ ਨੂੰ ਗੱਦੀ ਸੌਂਪ ਗਏ ਜਿਹੜੇ ਉਸ ਵੇਲੇ ਸਾਡੇ ਸ਼ਹੀਦਾਂ ਨੂੰ ਫੜਵਾਉਣ ਲਈ ਮੁਖਬਰੀ ਕਰਿਆ ਕਰਦੇ ਸਨ। ਅਤੇ ਸਥਿਤੀ ਅੱਜ ਵੀ ਵੱਖਰੀ ਨਹੀਂ ਹੈ। ਅੱਜ ਵੀ ਜੇਕਰ ਸ਼ਹੀਦ ਊਧਮ ਸਿੰਘ ਜਾਂ ਸ਼ਹੀਦ ਭਗਤ ਸਿੰਘ ਵਰਗੇ ਸ਼ਹੀਦ ਵਾਪਸ ਆ ਜਾਣ ਜਾਂ ਮੁੜ ਪੈਦਾ ਹੋ ਜਾਣ ਤਾਂ ਉਹਨਾਂ ਨੂੰ ਫਾਂਸੀ ਦੇ ਫੰਦਿਆਂ ਤੱਕ ਪਹੁੰਚਾਉਣ ਵਾਲੇ ਅੱਜ ਫਿਰ ਉੱਠ ਪੈਣਗੇ। ਗੱਲ ਉਹੀ ਹੈ, ਜੇ ਜਿਉਂਦਾ ਉਡਵਾਇਰ ਹੈ ਊਧਮ ਨਹੀਂ ਮੋਇਆ, ਕਿਉਂਕਿ ਨਿਜ਼ਾਮ ਉਹੀ ਹੈ, ਕੇਵਲ ਰਾਜ ਕਰਨ ਵਾਲਿਆਂ ਦਾ ਰੰਗ ਬਦਲਿਆ ਹੈ। ਸ਼ਹੀਦ ਊਧਮ ਸਿੰਘ ਦੇ ਇਸ ਸ਼ਰਧਾਂਜਲੀ ਸਮਾਰੋਹ ਨੂੰ ਮੁੱਖ ਤੌਰ 'ਤੇ ਕਿਸਾਨ ਆਗੂਆਂ ਬਲਵੰਤ ਸਿੰਘ ਮਲਸੀਆਂ, ਗੁਰਚਰਨ ਸਿੰਘ ਚਾਹਲ, ਰਣਜੀਤ ਸਿੰਘ ਅਲੀਵਾਲ, ਮਨਜੀਤ ਸਿੰਘ ਮਲਸੀਆਂ ਨੇ ਸੰਬੋਧਨ ਕੀਤਾ। ਸਮਾਰੋਹ ਦਾ ਸਮੁੱਚਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਕਵੀ ਜਗੀਰ ਜੋਸਨ, ਡਾਕਟਰ ਬਲਦੇਵ ਰਾਜ, ਲਖਵੀਰ ਕੰਗ, ਰਣਜੀਤ ਰਾਣਾ ਆਦਿ ਦੀ ਸੀ। ਪ੍ਰਿੰਸੀਪਲ ਕਰਮਚੰਦ ਸ਼ਰਮਾ ਵੀ ਨਾਅਰੇ ਮਾਰ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਨੇ ਵੀ ਹਾਜ਼ਰੀ ਲਵਾਈ ਸੀ, ਕਿਉਂਕਿ ਸ਼ਹੀਦ ਦਾ ਬੁੱਤ ਲਾਉਣ ਦਾ ਸੁਪਨਾ ਆਖਰ ਉਹਨਾਂ ਦੇ ਵੱਡੇ ਆਗੂ ਮਰਹੂਮ ਜਥੇਦਾਰ ਸ਼ਿੰਗਾਰਾ ਸਿੰਘ, ਮੈਂਬਰ ਕਾਰਜਕਾਰਨੀ ਸ਼੍ਰੋਮਣੀ ਕਮੇਟੀ ਨੇ ਲਿਆ ਸੀ ਅਤੇ ਇਸ ਵਿੱਚ ਵੱਡੀ ਭੇਟਾ ਉਹਨਾਂ ਦੀ ਹੀ ਪ੍ਰੇਰਨਾ 'ਤੇ ਭਾਈ ਸੁਖਦੇਵ ਸਿੰਘ ਜਰਮਨ ਵਾਲਿਆਂ ਨੇ ਭੇਜੀ ਸੀ। ਪਰ ਮੇਰੀਆਂ ਨਜ਼ਰਾਂ ਟਿਕੀਆਂ ਕਾਮਰੇਡ ਅਵਤਾਰ ਆਜ਼ਾਦ 'ਤੇ। ਸ਼ਹੀਦ ਦਾ ਬੈਨਰ ਇੱਕ ਪਾਸੇ ਉਸਨੇ ਅਤੇ ਦੂਜੇ ਪਾਸੇ ਉਸ ਦੇ ਗੱਭਰੂ ਪੁੱਤ ਕਰਨਵੀਰ ਆਜ਼ਾਦ ਨੇ ਫੜਿਆ ਹੋਇਆ ਸੀ। ਯਾਨੀ ਇਨਕਲਾਬ ਦਾ ਝੰਡਾ ਚਲਾਉਣ ਲਈ ਸੈਕੰਡ ਲਾਈਨ ਵੀ ਨਾਲੋਂ ਨਾਲ ਤਿਆਰ ਹੋ ਰਹੀ ਹੈ। ਅਜਿਹਾ ਨਹੀਂ ਕਿ ਭਗਤ ਸਿੰਘ ਜੰਮੇ ਪਰ ਜੰਮੇ ਗੁਆਂਢੀਆਂ ਦੇ ਘਰ। ਸ਼ਹੀਦ ਭਗਤ ਸਿੰਘ ਤੋਂ ਮੈਨੂੰ ਯਾਦ ਆਇਆ ਕਿ ਅਜੇ ਥੋੜ੍ਹੇ ਦਿਨ ਪਹਿਲਾਂ ਕਾਮਰੇਡ ਅਵਤਾਰ ਆਜ਼ਾਦ ਨੇ ਆਪਣੇ ਬੇਟੇ ਕਰਨਵੀਰ ਆਜ਼ਾਦ ਨੂੰ ਸ਼ਹੀਦ ਭਗਤ ਸਿੰਘ ਦਾ ਬੁੱਤ ਬਣਾ ਕੇ ਆਪਣੇ ਜਜ਼ਬਾਤਾਂ ਨੂੰ ਜ਼ਬਾਨ ਦਿੱਤੀ ਸੀ ਕਿ ਉਹਨਾਂ ਜਾਂਦੇ ਜਾਂਦੇ ਦੁਬਾਰਾ ਇੱਕ ਝਲਕ ਦੇਖ ਹੀ ਲਈ ਜਾਵੇ। ਲੋਹੀਆਂ ਤੋਂ ਸ਼ਿਵਿੰਦੂ ਸ਼ਰਮਾ ਦੀ ਰਿਪੋਰਟ। ਕਿਸਾਨੀ ਸੰਘਰਸ਼ ਵਿੱਚ ਆਪਣੀ ਜਾਨ ਦੀ ਬਾਜੀ ਲਾਉਣ ਵਾਲੇ ਕਿਸਾਨਾਂ ਨੂੰ ਕਾਮਰੇਡ ਅਵਤਾਰ ਆਜ਼ਾਦ ਨੇ ਦਿੱਤੀ ਨਿਵੇਕਲੀ ਸ਼ਰਧਾਂਜਲੀ। 26 ਜੂਨ ਨੂੰ ਕਿਸਾਨੀ ਸੰਘਰਸ਼ ਦੇ 7 ਮਹੀਨੇ ਪੂਰੇ ਹੋਣ 'ਤੇ ਲੋਹੀਆਂ 'ਚ ਕਾਮਰੇਡ ਅਵਤਾਰ ਆਜ਼ਾਦ ਅਤੇ ਸਮੁੱਚੇ ਪਰਿਵਾਰ ਵੱਲੋਂ ਕਿਸਾਨੀ ਸੰਘਰਸ਼ ਵਿੱਚ ਆਪਣੀ ਜਾਨ ਦੀ ਬਾਜੀ ਲਾ ਦੇਣ ਵਾਲੇ ਸੈਂਕੜੇ ਕਿਸਾਨਾਂ ਨੂੰ ਇੱਕ ਨਿਵੇਕਲੀ ਸ਼ਰਧਾਂਜਲੀ ਦਿੱਤੀ ਗਈ। ਇਸ ਸ਼ਰਧਾਂਜਲੀ ਵਿੱਚ ਉਸਨੇ ਆਪਣੇ ਬੇਟੇ ਕਰਨਵੀਰ ਆਜ਼ਾਦ ਨੂੰ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਸ਼ਕਲ ਵਿੱਚ ਪੇਂਟ ਕੀਤਾ ਅਤੇ ਉਹ ਦ੍ਰਿਸ਼ ਪੇਸ਼ ਕੀਤਾ ਜਦੋਂ ਜੇਲ੍ਹ ਵਿੱਚ ਭਗਤ ਸਿੰਘ ਪੁਸਤਕ ਪੜ੍ਹ ਰਿਹਾ ਸੀ ਅਤੇ ਜਦ ਜੇਲ੍ਹ ਕਰਮਚਾਰੀ ਉਸ ਨੂੰ ਫਾਂਸੀ ਦੇਣ ਵਾਸਤੇ ਬੁਲਾਉਣ ਆਇਆ ਤਾਂ ਭਗਤ ਸਿੰਘ ਨੇ ਉੱਥੇ ਹੀ ਪੁਸਤਕ ਦਾ ਪੰਨਾ ਮਰੋੜ ਦਿੱਤਾ ਅਤੇ ਹੱਸਦਾ ਹੱਸਦਾ ਫਾਂਸੀ ਦੇ ਫੰਦੇ ਨੂੰ ਚੁੰਮਣ ਲਈ ਤੁਰ ਪਿਆ, ਸ਼ਾਇਦ ਇਸ ਆਸ ਵਿੱਚ ਕਿ ਮੈਥੋਂ ਅਗਲੀ ਪੀੜ੍ਹੀ ਆਵੇਗੀ ਅਤੇ ਇਸ ਮੁੜੇ ਹੋਏ ਪੰਨੇ ਤੋਂ ਆਪਣਾ ਅਗਲੇਰਾ ਸੰਘਰਸ਼ ਸ਼ੁਰੂ ਕਰੇਗੀ। ਅਸਲ ਵਿੱਚ ਇਹ ਸ਼ਰਧਾਂਜਲੀ ਅਜੋਕੇ ਕਿਸਾਨੀ ਸੰਘਰਸ਼ ਨੂੰ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੋੜ ਕੇ ਦੇਖਣ ਦੀ ਇੱਕ ਕੋਸ਼ਿਸ਼ ਹੈ, ਕਿਉਂਕਿ ਭਗਤ ਸਿੰਘ ਨੇ ਆਖਿਆ ਸੀ ਕਿ ਉਸ ਦਾ ਸੰਘਰਸ਼ ਗੋਰੀ ਚਮੜੀ ਦੇ ਖਿਲਾਫ ਨਹੀਂ ਸਗੋਂ ਲੋਟੂ ਨਿਜ਼ਾਮ ਦੇ ਖਿਲਾਫ ਹੈ। ਸੋ ਜਦ ਤੱਕ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਜਾਰੀ ਰਹੇਗੀ, ਇਹ ਸੰਘਰਸ਼ ਜਾਰੀ ਰਹਿਣਗੇ। ਤੁਸੀਂ ਭਗਤ ਸਿੰਘ ਦੇ ਪੁਸਤਕ ਪੜ੍ਹ ਰਹੇ ਦ੍ਰਿਸ਼ ਨੂੰ ਵੇਖਿਆ ਹੈ। ਕਾਮਰੇਡ ਅਵਤਾਰ ਆਜ਼ਾਦ ਨੂੰ ਆਪਣੇ ਬੇਟੇ ਕਰਨਵੀਰ ਆਜ਼ਾਦ ਨੂੰ ਭਗਤ ਸਿੰਘ ਦੇ ਬੁੱਤ ਰੂਪ ਵਿੱਚ ਤਬਦੀਲ ਕਰਨ ਦੀਆਂ ਤਸਵੀਰਾਂ ਵੀ ਵੇਖੀਆਂ ਹਨ। ਇਸ ਤੋਂ ਪਹਿਲਾਂ ਕਿ ਤੁਹਾਨੂੰ ਕਾਮਰੇਡ ਅਵਤਾਰ ਆਜ਼ਾਦ ਦੇ ਸ਼ਰਧਾਂਜਲੀ ਦੇ ਰੂਪ ਵਿੱਚ ਅੱਖਰਬੱਧ ਕੀਤੇ ਸ਼ਬਦ ਸੁਣਾਈਏ, ਇਹ ਦੱਸਣਾ ਬਣਦਾ ਹੈ ਕਿ ਇਸ ਸ਼ਰਧਾਂਜਲੀ ਵੇਲੇ
ਕਾਮਰੇਡ ਅਵਤਾਰ ਆਜ਼ਾਦ ਦੀ ਵੱਡੀ ਭੈਣ ਤੇ ਪ੍ਰੇਰਨਾ ਸਰੋਤ ਸੁਰਿੰਦਰ ਕੌਰ, ਉਸ ਦੇ ਭਰਾ ਕਮਲਜੀਤ ਲਾਟ ਅਤੇ ਤਜਿੰਦਰ ਜੱਜ ਵੀ ਸਹਾਇਕਾਂ ਦੇ ਰੂਪ ਵਿੱਚ ਹਾਜ਼ਰ ਸਨ। ਹੁਣ ਸੁਣੋ ਬੁੱਤ ਦੇ ਪਿੱਛੇ ਸ਼ਰਧਾਂਜਲੀ ਵਜੋਂ ਅੱਖਰਬੱਧ ਕੀਤੇ ਗਏ ਸ਼ਬਦ। ਮੈਂ ਭਗਤ ਸਿੰਘ ਕਿਤਾਬ ਦਾ ਇਹ ਪੰਨਾ ਮੋੜ ਰਿਹਾ ਹਾਂ ਤਾਂ ਕਿ ਤੁਸੀਂ ਸੰਘਰਸ਼ਾਂ ਦੀ ਇਸ ਕਹਾਣੀ ਨੂੰ ਅੱਗੇ ਤੋਰ ਸਕੋ। ਇਹ ਸੰਘਰਸ਼ ਹੀ ਮਨੁੱਖਤਾ ਲਈ ਨਵੀਂ ਤੇ ਚੰਗੇਰੀ ਜ਼ਿੰਦਗੀ ਦਾ ਰਾਹ ਦਸੇਰਾ ਬਣਨਗੇ। ਸੰਘਰਸ਼ ਕਰਕੇ ਹੀ ਹਾਕਮਾਂ ਤੋਂ ਹੱਕ ਖੋਹੇ ਜਾ ਸਕਣਗੇ। ਅਸੀਂ ਗੋਰੇ ਹਾਕਮਾਂ ਨਾਲ ਹੀ ਨਹੀਂ ਸਗੋਂ ਸਰਮਾਏਦਾਰੀ ਨਿਜ਼ਾਮ ਦੀ ਜੜ ਪੁੱਟਣ ਲਈ ਕੰਮ ਕਰ ਰਹੇ ਹਾਂ, ਜੋ ਅਗਲੇਰੀਆਂ ਪੀੜ੍ਹੀਆਂ ਨੂੰ ਵੀ ਨਿਰੰਤਰ ਕਰਨਾ ਪਵੇਗਾ। ਮੇਰੇ ਕਿਸਾਨ, ਮਜ਼ਦੂਰ, ਮੁਲਾਜ਼ਮ ਇਕਜੁੱਟ ਹੋ ਕੇ ਤੇ ਲਾਮਬੰਦ ਹੋ ਕੇ ਸਰਮਾਏਦਾਰੀ ਨਾਲ ਲੋਹਾ ਲੈ ਰਹੇ ਹਨ ਅਤੇ ਇਨਕਲਾਬ ਤੱਕ ਇਹ ਸੰਘਰਸ਼ ਜਾਰੀ ਰੱਖਣਗੇ। ਅਵਤਾਰ ਆਜ਼ਾਦ ਵੱਲੋਂ ਕਿਸਾਨੀ ਅੰਦੋਲਨ ਦੇ 7 ਮਹੀਨੇ ਪੂਰੇ ਹੋਣ ਤੇ 26 ਜੂਨ ਦੇ ਕਾਲੇ ਕਿਸਾਨੀ ਕਾਨੂੰਨਾਂ ਅਤੇ ਐਮਰਜੈਂਸੀ ਦੀ ਵਰ੍ਹੇਗੰਢ ਮੌਕੇ ਸੰਘਰਸ਼ਸ਼ੀਲ ਲੋਕਾਂ ਨੂੰ ਯਾਦ ਕਰਦਿਆਂ ਨਿੱਘੀ ਯਾਦ ਅਤੇ ਸ਼ਰਧਾਂਜਲੀ ਅਵਤਾਰ ਆਜ਼ਾਦ ਲੋਹੀਆਂ ਤੋਂ ਸੁਭੇਂਦੂ ਸ਼ਰਮਾ ਦੀ ਰਿਪੋਰਟ।